ਸਤਿ ਸ੍ਰੀ ਅਕਾਲ ਜੀ। ਤੁਸੀਂ ਦੇਖ ਰਹੇ ਹੋ ਇੰਡੀਆ ਪਲੱਸ ਟੀਵੀ। ਮੈਂ ਹਾਂ ਬਿਨੂ ਸ਼ਰਮਾ। ਜਿਹੜੀ ਮੰਦਭਾਗੀ ਘਟਨਾ ਲਖੀਮਪੁਰ ਖੀਰੀ ਵਿੱਚ ਹੋਈ ਹੈ, ਬਹੁਤ ਮਾੜੀ ਘਟਨਾ ਤੇ ਦੁਖਦਾਇਕ ਘਟਨਾ ਹੋਈ ਹੈ। ਇਸ ਖਾਸ ਮੌਕੇ ਤੇ ਮੇਰੇ ਨਾਲ ਗੱਲਬਾਤ ਕਰਨ ਲਈ ਆਪ ਪਾਰਟੀ ਤੋਂ ਪ੍ਰਭਜੋਤ ਕੌਰ ਜੀ ਮੌਜੂਦ ਨੇ। ਅੱਜ ਇसी ਦੇ ਖਿਲਾਫ ਸਰਕਾਰ ਦੇ ਖਿਲਾਫ ਮੋਦੀ ਸਰਕਾਰ ਤੇ ਯੋਗੀ ਸਰਕਾਰ ਦਾ ਪੁਤਲਾ ਫੂਕਿਆ ਗਿਆ ਹੈ 3-5 ਮੋਹਾਲੀ ਦੀਆਂ ਲਾਈਟਾਂ ਤੇ। ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਥੈਂਕ ਯੂ ਜੀ। ਪ੍ਰਭਜੋਤ ਜੀ, ਜਿਹੜੀ ਘਟਨਾ ਹੋਈ ਹੈ ਲਖੀਮਪੁਰ ਖੀਰੀ ਦੀ ਬਹੁਤ ਮੰਦਭਾਗੀ ਘਟਨਾ, ਕੀ ਕਹਿਣਾ ਚਾਹੋਗੇ ਕਿ ਜੇਕਰ ਸਰਕਾਰਾਂ ਕੰਮ ਦੀਆਂ ਹੋਣ ਤਾਂ ਇੰਜ ਘਟਨਾ ਇਸ ਤਰ੍ਹਾਂ ਦੀ ਘਟਨਾਵਾਂ ਨਾ ਹੋਣ ਦੁਬਾਰਾ? ਦੇਖੋ, ਮੈਂ ਸਮਝਦੀ ਹਾਂ ਕਿ ਮੋਦੀ ਸਰਕਾਰ ਹੈ ਕਿਸਾਨੀ ਅੰਦੋਲਨ ਨੂੰ ਤਾਂ ਕੁਚਲ ਨਹੀਂ ਪਾਈ, ਦਬਾ ਨਹੀਂ ਪਾਈ, ਤਾਂ ਉਹਨਾਂ ਨੇ ਹੁਣ ਕੀ ਕੀਤਾ, ਕਿਸਾਨਾਂ ਨੂੰ ਹੀ ਕੁਚਲਣਾ ਸ਼ੁਰੂ ਕਰਤਾ। ਤੇ ਇਸ ਤੋਂ ਜ਼ਿਆਦਾ ਮੰਦਭਾਗਾ ਮੈਨੂੰ ਨਹੀਂ ਲੱਗਦਾ ਇੰਡੀਆ ਦੀ ਹਿਸਟਰੀ ਦੇ ਵਿੱਚ ਅੱਜ ਤੱਕ ਕਦੇ ਹੋਇਆ ਹੋਏਗਾ ਕਿ ਤੁਸੀਂ ਆਪਣੇ ਹੀ ਅੰਨਦਾਤਾ ਨੂੰ, ਆਪਣੇ ਹੀ ਉਸ ਵਿਅਕਤੀ ਨੂੰ ਜਿਹਦੀ ਤੁਸੀਂ 3 ਟਾਈਮ ਦੀ ਰੋਟੀ ਖਾਂਦੇ ਹੋ, ਜਿਹਦੀ ਉਗਾਈ ਹੋਈ, ਮੰਨਿਆ ਤੁਹਾਡੇ ਥਾਲੀ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਪਕਵਾਨ ਜਿਹੜੇ ਆ ਮੌਜੂਦ ਹੁੰਦੇ ਆ, ਪਰ ਬੇਸ ਉਹਨਾਂ ਦਾ ਇੱਕੋ ਹੀ ਆ। ਬੇਸ ਉਹਨਾਂ ਦਾ ਅੰਨ ਹੀ ਆ। ਜੇ ਚਾਵਲ ਤੋਂ ਕਈ ਤਰ੍ਹਾਂ ਦੇ ਪਕਵਾਨ ਬਣਦੇ ਆ ਤਾਂ ਉਹਦਾ ਬੇਸ ਜਿਹੜਾ ਉਹ ਚਾਵਲ ਹੀ ਹੈ, ਤੇ ਕਣਕ ਹੀ ਹੈ, ਤੇ ਇਸ ਤਰੀਕੇ ਨਾਲ ਹੋਰ ਜਿੰਨਾ ਵੀ ਅਨਾਜ ਹੈ। ਤਾਂ ਜੇ ਤੁਸੀਂ ਉਸ ਅੰਨਦਾਤਾ ਨੂੰ, ਅਨਾਜ ਉਗਾਉਣ ਵਾਲੇ ਨੂੰ ਹੀ ਇਸ ਤਰ੍ਹਾਂ ਕੁਚਲੋਗੇ, ਮਾਰੋਗੇ ਤੇ ਉਹਦੇ ਰਾਹ ਦੇ ਵਿੱਚ ਰੋੜੇ ਬਣੋਗੇ। ਕਿਸਾਨ ਕੀ ਮੰਗਦਾ? ਕਿਸਾਨ ਕਹਿੰਦਾ ਕਿ ਇਹ ਤਿੰਨੋਂ ਬਿੱਲ ਜਿਹੜੇ ਆ ਮੈਨੂੰ ਨਹੀਂ ਚਾਹੀਦੇ, ਮੇਰੇ ਹਿੱਤ ਵਿੱਚ ਨਹੀਂ ਆ। ਤਾਂ ਕਿਉਂ ਮੋਦੀ ਸਰਕਾਰ ਉਹਨੂੰ ਦੇਣ ਤੇ ਤੁਲੀ ਹੋਈ ਆ? ਕਿਉਂ ਨਹੀਂ ਉਹਨਾਂ ਨੂੰ ਸਮਝ ਲੈਂਦੇ ਕਿ ਜਦੋਂ ਜਿਹੜੀ ਚੀਜ਼ ਉਹਨਾਂ ਦੇ ਹੱਕ ਦੀ ਨਹੀਂ ਆ, ਉਹਨਾਂ ਦੇ ਹੱਕ ਵਿੱਚ ਨਹੀਂ ਆ, ਉਹ ਨਹੀਂ ਚਾਹੁੰਦੇ, ਤੁਸੀਂ ਵਾਪਸ ਲੈ ਲਓ ਬਿੱਲ। ਠੀਕ ਹੈ, ਜਦੋਂ ਤੁਹਾਨੂੰ ਲੱਗੇ, ਜਦੋਂ ਕਿਸਾਨਾਂ ਨੂੰ ਲੱਗੇਗਾ ਕਿ ਇਹ ਸਾਡੇ ਹੱਕ ਦੇ ਵਿੱਚ ਹੈਗੇ ਨੇ, ਤਾਂ ਉਦੋਂ ਆਪਣੇ ਆਪ ਤੁਹਾਡੇ ਤੋਂ ਡਿਮਾਂਡ ਕਰਨਗੇ। ਬਿਨਾਂ ਡਿਮਾਂਡ ਤੋਂ ਹੀ ਤੁਸੀਂ ਕਿਸੇ ਨੂੰ ਕਿੱਦਾਂ? ਡਿਮਾਂਡ ਅਤੇ ਸਪਲਾਈ ਦੋਨੋਂ ਸਾਥ-ਸਾਥ ਚੱਲਦੇ ਨੇ। ਬਿਨਾਂ ਸਪਲਾਈ ਤੋਂ ਤੁਸੀਂ ਕਿਵੇਂ, ਬਿਨਾਂ ਡਿਮਾਂਡ ਤੋਂ ਤੁਸੀਂ ਕਿਵੇਂ ਉਹਨਾਂ ਨੂੰ ਸਪਲਾਈ ਦੇ ਰਹੇ ਹੋ? ਤੁਸੀਂ ਕਿਵੇਂ ਉਹਨਾਂ 'ਤੇ ਥੋਪ ਰਹੇ ਹੋ ਉਹ ਬਿੱਲ? ਤੇ ਜਦੋਂ ਤੱਕ ਇਹ ਬਿੱਲ ਵਾਪਸ ਨਹੀਂ ਲੈ ਲਿੱਤੇ ਜਾਂਦੇ, ਮੈਂ ਸਮਝਦੀ ਹਾਂ ਮੋਦੀ ਸਰਕਾਰ ਨੇ ਜਿਹੜਾ ਇਹ ਰੁੱਖ ਅਪਣਾਇਆ ਹੋਇਆ ਨਾ ਕਿਸਾਨਾਂ ਦੇ ਲਈ, ਉਹ ਇੱਕ ਬਹੁਤ ਹੀ ਮੰਦਭਾਗਾ ਹੈ। ਤੇ ਆਮ ਆਦਮੀ ਪਾਰਟੀ ਇਹਦੀ ਕੜੇ ਸ਼ਬਦਾਂ ਦੇ ਵਿੱਚ ਨਿੰਦਾ ਕਰਦੀ ਹੈ। ਜਿਹੜਾ ਅੱਜ ਮੋਹਾਲੀ ਦੀਆਂ 3-5 ਦੀਆਂ ਲਾਈਟਾਂ ਤੇ ਮੋਦੀ ਤੇ ਯੋਗੀ ਸਰਕਾਰ ਦਾ ਪੁਤਲਾ ਜਲਾਇਆ ਗਿਆ, ਕੀ ਲੱਗਦਾ ਇਹ ਸਰਕਾਰ ਤੇ ਅਸਰ ਹੁੰਦਾ ਨਜ਼ਰ ਆਉਂਦਾ ਜਾਂ ਕੋਈ ਅਸਰ ਨਹੀਂ ਇਹਨਾਂ ਤੇ? ਦੇਖੋ ਜੀ, ਸਾਡਾ ਕਿਉਂਕਿ ਸਾਡੇ ਕਿਸਾਨ ਪੰਜਾਬੀ ਭਰਾ ਸ਼ਹੀਦ ਹੋਏ ਨੇ, ਤੇ ਸਾਡਾ ਪੰਜਾਬ ਦੇ ਵਿੱਚ ਵਿਰੋਧੀ ਧਿਰ ਹੋਣ ਦੇ ਨਾਤੇ ਸਾਡਾ ਇਹ ਫਰਜ਼ ਬਣਦਾ ਸੀ, ਤੇ ਇੱਕ ਇਨਸਾਨ ਹੋਣ ਦੇ ਨਾਤੇ ਵੀ ਸਾਡਾ ਇਹ ਫਰਜ਼ ਬਣਦਾ ਸੀ ਕਿ ਅਸੀਂ ਇਸ ਦਰਿੰਦਗੀ ਦੇ ਖਿਲਾਫ ਆਪਣੀ ਆਵਾਜ਼ ਚੱਕੀਏ, ਤੇ ਉਹ ਅਸੀਂ ਚੱਕੀ ਹੈ। ਬਾਕੀ ਮੋਦੀ ਸਰਕਾਰ ਤੇ ਜਿਹੜਾ ਅਸਰ ਹੋਇਆ ਉਹ ਤਾਂ ਆਪਣੇ ਤੁਸੀਂ ਵੀ ਜਾਣਦੇ ਹੋ, ਕਿੰਨੇ ਕਿਸਾਨ ਭਰਾ ਹੁਣ ਤੱਕ ਸ਼ਹੀਦ ਹੋ ਚੁੱਕੇ ਨੇ। ਤੇ ਇਹ ਮੋਦੀ ਦੀ ਇਸ ਟਾਈਮ ਹਿਟਲਰਗਿਰੀ ਚੱਲ ਰਹੀ ਹੈ, ਤਾਨਾਸ਼ਾਹੀ ਚੱਲ ਰਹੀ ਹੈ ਕਿ ਉਹਨੂੰ ਕੁਝ ਦਿਖ ਨਹੀਂ ਰਿਹਾ। ਉਹ ਆਪਣੇ ਅਹਿਮ ਦੇ ਵਿੱਚ, ਆਪਣੀ ਸੱਤਾ ਦੇ ਉਹਦੇ ਵਿੱਚ ਇੰਨਾ ਹੰਕਾਰਿਆ ਜਾ ਚੁੱਕਾ ਹੈ ਕਿ ਉਹਨੂੰ ਕੁਝ ਵੀ ਦਿਖ ਨਹੀਂ ਰਿਹਾ। ਪਰ ਸਭ ਦਾ ਵਕਤ ਆਉਂਦਾ ਹੈ, ਤੇ ਮੈਂ ਸਮਝਦੀ ਹਾਂ ਸਭ ਨੂੰ ਸਜ਼ਾ ਮਿਲੇਗੀ। ਤੇ ਅਸੀਂ ਅੱਜ ਜਿਹੜਾ ਇੱਥੇ ਪ੍ਰੋਟੈਸਟ ਕੀਤਾ, ਤੇ ਅੱਜ ਜਿਹੜਾ ਮੋਦੀ ਤੇ ਯੋਗੀ ਦਾ ਪੁਤਲਾ ਫੂਕਿਆ, ਤੇ ਅਸੀਂ ਜ਼ੋਰਦਾਰ ਡਿਮਾਂਡ ਕਰਦੇ ਹਾਂ ਕਿ ਇਹਦੇ ਵਿੱਚ ਜਿਹੜਾ ਮੰਤਰੀ ਸ਼ਾਮਲ ਹੈ ਉਹਦੀ ਬਰਖਾਸਤਗੀ ਕੀਤੀ ਜਾਵੇ, ਤੇ ਜਿਹੜੇ ਉਹਦੇ ਬੇਟੇ ਨੇ ਇਸ ਕਿਸਾਨ ਸਾਡੇ ਭਰਾਵਾਂ ਨੂੰ ਕੁਚਲਿਆ, ਉਹਨੂੰ ਇਸੇ ਤੁਰੰਤ ਜਿਹੜਾ ਹੈਗਾ ਉਹਨੂੰ ਸਲਾਖਾਂ ਦੇ ਪਿੱਛੇ ਸੁੱਟਿਆ ਜਾਵੇ। ਤੇ ਮੰਤਰੀ ਦੀ ਬਰਖਾਸਤਗੀ ਦੀ ਅਸੀਂ ਮੰਗ ਇਸ ਲਈ ਕਰਦੇ ਹਾਂ ਕਿਉਂਕਿ ਜਦ ਤੱਕ ਉਹ ਮੰਤਰਾਲੇ ਦੇ ਵਿੱਚ ਬੈਠਾ ਹੈ ਉਦੋਂ ਤੱਕ ਇਸ ਮਾਮਲੇ ਦੀ ਜਿਹੜੀ ਜਾਂਚ ਹੈ ਉਹ ਨਿਰਪੱਖ ਤੌਰ ਤੇ ਨਹੀਂ ਕੀਤੀ ਜਾ ਸਕਦੀ। ਇਸ ਕਰਕੇ ਉਹਦਾ ਇਸ ਮੰਤਰੀ ਪਦ ਤੋਂ ਉਹਨੂੰ ਬਰਖਾਸਤ ਕਰਨਾ ਬਹੁਤ ਜ਼ਰੂਰੀ ਹੈਗਾ। ਜਿੱਦਾਂ ਕੱਲ੍ਹ ਰਾਘਵ ਚੱਡਾ ਜੀ ਨੇ ਕਿਹਾ ਕਿ ਜਿਹੜਾ ਕਿਸਾਨ ਭਾਈਆਂ ਦਾ ਦਰਿੰਦਾ ਖੁੱਲ੍ਹੇਆਮ ਬਾਹਰ ਘੁੰਮ ਰਿਹਾ, ਹਾਲੇ ਤੱਕ ਫੜਿਆ ਨਹੀਂ ਗਿਆ, ਕਿ ਇਹ ਬੀਜੇਪੀ ਸਰਕਾਰ ਦੀ ਗੁੰਡਾਗਰਦੀ ਹੈ ਕਿ ਉਹ ਜਿੱਦਾਂ ਚਾਹੇਗੀ ਗੁੰਡਾਗਰਦੀ ਕਰੇਗੀ, ਕਿਸੇ ਨੂੰ ਵੀ ਗੱਡੀ ਥੱਲੇ ਕੁਚਲੇਗੀ? ਦੇਖੋ, ਸ਼ਰੇਆਮ ਵੀਡੀਓ ਸਾਹਮਣੇ ਆ ਚੁੱਕੀਆਂ, ਸ਼ਰੇਆਮ ਸਾਰੀਆਂ ਫੋਟੋਜ਼ ਵਾਇਰਲ ਹੋ ਚੁੱਕੀਆਂ ਕਿ ਕਿਹਨੇ ਕੁਚਲਿਆ, ਸਾਰਾ ਕੁਝ ਸਭ ਦੇ ਸਾਹਮਣੇ ਹੈਗਾ। ਤੇ ਮੈਂ ਇਹਦੇ ਸਮਝਦੀ ਹਾਂ ਵੀ ਜਿਹੜਾ ਗੋਦੀ ਮੀਡੀਆ ਹੈਗਾ, ਜਿਹੜਾ ਇਹਨਾਂ ਚੀਜ਼ਾਂ ਨੂੰ ਦਿਖਾਉਣਾ ਨਹੀਂ ਚਾਹੁੰਦਾ ਜਾਂ ਦਬਾਉਣਾ ਚਾਹੁੰਦਾ, ਤੇ ਉਹ ਸ਼ਰੇਆਮ ਗੁੰਡਾਗਰਦੀ ਦੇ ਤਹਿਤ ਹੀ ਹੋ ਰਿਹਾ। ਇਸ ਤੋਂ ਜ਼ਿਆਦਾ ਤਾਂ ਕੁਛ ਨਹੀਂ, ਕਿਉਂਕਿ ਜਦੋਂ ਸ਼ਰੇਆਮ ਇੱਕ ਸਭ ਕੁਝ ਤੁਹਾਡੇ ਸਾਹਮਣੇ ਆ, ਤੁਸੀਂ ਦੇਖ ਕੇ ਇਗਨੋਰ ਕਰ ਰਹੇ ਹੋ, ਤਾਂ ਉਹ ਤੁਹਾਡੀ ਤਾਂ ਇੱਕ ਤਾਨਾਸ਼ਾਹੀ ਰਾਜ ਹੋ ਗਿਆ ਕਿ ਤੁਸੀਂ ਆਪਣੀ ਮਨਮਰਜ਼ੀ ਕਰੋਗੇ। ਤੇ ਤੁਸੀਂ ਲੋਕਾਂ ਦੇ ਪੱਖ ਦੀ, ਫਿਰ ਤੁਸੀਂ ਕਾਹਦੀ ਸਰਕਾਰ, ਕਾਹਦੇ ਤੁਸੀਂ ਪ੍ਰਧਾਨ ਮੰਤਰੀ ਕੀ ਹੁੰਦਾ? ਇੱਕ ਆਪਣੇ ਲੋਕਾਂ ਲਈ, ਉਹਨਾਂ ਦੇ ਹੱਕਾਂ ਦੇ ਲਈ ਇੱਕ ਚੁਣਿਆ ਹੋਇਆ ਨੁਮਾਇੰਦਾ। ਪਰ ਜਦੋਂ ਇਸ ਤਰੀਕੇ ਨਾਲ ਇਗਨੋਰ ਕਰ ਰਹੇ ਨੇ ਉਹ ਸਭ ਕੁਝ, ਤੇ ਜੋ ਵੀ ਕਿਸਾਨਾਂ ਨਾਲ ਪਿਛਲੇ ਲੰਬੇ ਸਮੇਂ ਦੌਰਾਨ ਹੋਇਆ, ਉਹ ਮੈਂ ਸਮਝਦੀ ਹਾਂ ਸ਼ਰੇਆਮ ਤਾਨਾਸ਼ਾਹੀ ਹੈ। ਤੇ ਤੁਸੀਂ ਇਹ ਜੀ ਸਰਕਾਰ ਨੂੰ ਕੀ ਕਹਿਣਾ ਚਾਹੋਗੇ, ਕੀ ਸੰਦੇਸ਼ ਦੇਣਾ ਚਾਹੋਗੇ? ਲਾਹਨਤਾਂ ਹੀ ਪਾ ਸਕਦੇ ਹਾਂ, ਦੁਰਫਿੱਟੇ ਮੂੰਹ ਲਾਹਨਤਾਂ ਹੀ ਕਹਾਂਗੇ ਇਹੋ ਜਿਹੀ ਸਰਕਾਰ ਨੂੰ ਜਿਹੜੀ ਆਪਣੇ ਲੋਕਾਂ ਨਾਲ ਇਸ ਤਰੀਕੇ ਦਾ ਧੱਕਾ ਕਰ ਰਹੀ ਹੈ। ਤੇ ਕੁਛ ਵੀ ਜਿਹੜੀ ਹੈ ਉਹਨਾਂ ਨੂੰ ਮਤਲਬ ਬਰਦਾਸ਼ਤ ਦੀ ਵੀ ਕੋਈ ਹੱਦ ਹੁੰਦੀ ਹੈ। ਕਿੰਨਾ ਬਰਦਾਸ਼ਤ ਕਰਨਗੇ? ਉਹ ਸਾਲ ਦੇ ਕਰੀਬ ਹੋ ਗਿਆ ਉਹਨਾਂ ਨੂੰ ਉੱਥੇ ਬੈਠਿਆਂ, ਤੇ ਕਿੰਨੇ ਸਾਰੇ ਜਿਹੜੇ ਸਾਡੇ ਕਿਸਾਨ ਭਰਾ ਨੇ, ਤੁਸੀਂ ਸਾਰੇ ਜਾਣਦੇ ਹੋ, ਮੀਡੀਆ ਦੇ ਸਹਿਕਰਮੀ,
ਕਿੰਨੇ ਸਾਰੇ ਸ਼ਹੀਦ ਹੋ ਚੁੱਕੇ ਨੇ, ਹੋਰ ਕਿੰਨੀਆਂ ਜਾਨਾਂ ਲੈਣੀਆਂ ਬਾਕੀ ਨੇ। ਕੀ ਚਾਹੁੰਦੀ ਕੀ ਹੈ ਮੋਦੀ ਸਰਕਾਰ? ਤੇ ਸਾਡੀ ਤਾਂ ਸਮਝ ਤੋਂ ਪਰੇ ਹੈਗਾ ਵੀ ਜੇ ਤੁਹਾਨੂੰ ਲੋਕਾਂ ਨੇ ਚੁਣ ਕੇ ਭੇਜਿਆ ਤਾਂ ਕੋਈ ਲੋਕਾਂ ਦਾ ਭਲਾ ਕਰਨ ਲਈ ਤੁਸੀਂ ਆਏ ਹੋ ਕਿ ਲੋਕਾਂ ਨੂੰ ਦੱਬਣ ਕੁਚਲਣ ਆਏ ਹੋ ਤੁਸੀਂ? ਤਾਂ ਤੁਸੀਂ ਦੇਖਿਆ ਸੀ ਕਿ ਮੈਂ ਆਪ ਪਾਰਟੀ ਤੋਂ ਪ੍ਰਭਜੋਤ ਕੌਰ ਜੀ ਜਿਨ੍ਹਾਂ ਨੇ ਕਿਹਾ ਕਿ ਲਾਂਘਦਾ ਹੈ ਜੀ ਸਰਕਾਰ ਤੇ ਲਾਂਘਦਾ ਹੀ ਪਾਈਆਂ ਜਾ ਸਕਦੀਆਂ ਨੇ, ਦੁਰਫਿੱਟੇ ਮੂੰਹ ਹੀ ਕਿਹਾ ਜਾ ਸਕਦਾ, ਕਿਉਂਕਿ ਜੇਕਰ ਉਹ ਕਿਸਾਨ ਵੀਰਾਂ ਦੀ ਨਹੀਂ ਸੁਣ ਰਹੀ, ਇੰਜ ਬੜੀ ਉਹਨਾਂ ਨੇ ਦਰਿੰਦਗੀ ਦਿਖਾਈ ਕਿ ਕਿਸਾਨਾਂ ਦੀ ਮੌਤ ਕਰਤੀ, ਉਹਨਾਂ ਨੂੰ ਗੱਡੀ ਥੱਲੇ ਕੁਚਲਦਾ। ਬਹੁਤ ਮੰਦਭਾਗੀ ਘਟਨਾ ਹੋਈ ਲਖੀਮਪੁਰ ਖੀਰੀ ਵਿੱਚ। ਤੁਸੀਂ ਵੀ ਕਮੈਂਟਸ ਨਾਲ ਵਿਚਾਰ ਕਰ ਸਕਦੇ ਹੋ ਕਿ ਜਿਹੜੀ ਮੋਦੀ ਸਰਕਾਰ ਤੇ ਯੋਗੀ ਸਰਕਾਰ ਆ ਉਹ ਕੀ ਚਾਹੁੰਦੀ ਹੈ, ਉਹ ਕਿਉਂ ਇੰਜ ਜਿਹੜੇ ਹੈਗੇ ਨੇ ਦੇਸ਼ ਤੇ ਜਿਹੜਾ ਹੈਗਾ ਜ਼ੁਲਮ ਕਰ ਰਹੀ ਹੈ। ਬਣੇ ਰਹੋ ਇੰਡੀਆ ਪਲੱਸ ਟੀਵੀ ਨਾਲ।